अस्सलाम वालेकुम। उम्मीद है तुसी ठीक हो, खैर नाल जे, सेहत ठीक है, तबीयत ठीक है। अल्लाह दी ज़ात तुहानू इस तरह अपने हिफ्ज़ो मान च रखे, तुहाडे ते अपनी रहमतां रब दी ज़ात वरसांदा रहे, खुश रवो, आबाद रवो। एक माड़ी खबर नाल शुरू करने जिहड़ा कि तुसी भी वेख रहे हो, बट उस तो पहले कि तुहाडे नाल अगलियां खबरां शेयर करिए, गुजारिश है कि चैनल नू जरूर सबसक्राइब करो, बैल आइकन नू प्रेस करो तो ज़्यादा जिहड़ा चैनल है उन्होंने सबसक्राइब करो। अपनी राय का इजहार भी जरूर करो। सब तो पहले जी अज की माड़ी खबर है वे इंसानियत वास्ते एक अद्धे बंदे की जी मौत है वो भी तू अफसोस होता है, लेकिन इंडिया के एक बड़ा ही खौफनाक हादसा होया है जिदे विच एयर इंडिया का जहाज़ जिमें ही अहमदाबाद तो उड़िया वा गुजरात के शहर चों तो वो उड़न तो बाद फौरन जड़ा है उन्हें मैडे मैडे कॉल कर दिता तो वो डिग पिया। वो तकरीबन 200 ਤੇ 42 ਜਿਹੜੇ ਲੋਕ ਨੇ ਉਹ ਉਹਦੇ ਤੇ ਔਨ ਬੋਰਡ ਸਨ। ਹੁਣ ਤੱਕ ਦੀ ਜਿਹੜੀ ਇਤਲਾਹ ਹੈ ਉਹ ਉਹਦੇ ਚ ਕੁਝ ਇਤਲਾਹਾਂ ਆਏ ਨੇ ਕਿ ਕੁਝ ਬਚ ਗਏ ਨੇ, ਕੁਝ ਇਤਲਾਹਾਂ ਨੇ ਕਿ ਬਿਲਕੁਲ ਜਿਹੜੇ ਨੇ ਕੋਈ ਵੀ ਨਹੀਂ ਬਚਿਆ। ਔਰ ਫਿਰ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਜਿਹੜਾ ਤਿਆਰਾ ਉੱਡਿਆ ਹੈ ਤੇ ਉਹ ਜਿਹੜਾ ਡਿੱਗਿਆ ਹੈ ਉਹ ਆਬਾਦੀ ਤੇ ਡਿੱਗਿਆ ਹੈ ਤੇ ਕਿਸੇ ਯੂਨੀਵਰਸਿਟੀ ਦਾ ਹੋਸਟਲ ਸੀ ਜਿਹਦੇ ਉੱਤੇ ਡਿੱਗਿਆ ਹੈ ਤੇ ਉਸ ਹੋਸਟਲ ਦੇ ਵਿੱਚ ਆਪਣੇ ਮੈਸ ਦੇ ਵਿੱਚ ਕੁਝ ਬੱਚੇ ਜਿਹੜੇ ਨੇ ਉਹ ਖਾਣਾ ਵੀ ਖਾਂਦੇ ਪਏ ਸਨ। ਹਾਲੀ ਜਿਵੇਂ ਜਿਵੇਂ ਅੱਗੇ ਗੱਲਾਂ ਜਾਣਗੀਆਂ, ਜਿਵੇਂ ਜਿਵੇਂ ਜਾਣਗੀਆਂ ਚੀਜ਼ਾਂ ਉਵੇਂ ਉਵੇਂ ਇਹਦੇ ਤੇ ਅਪਡੇਟ ਆਉਣਗੀਆਂ ਤੇ ਫਿਰ ਤੁਹਾਨੂੰ ਨਾਲ ਸ਼ੇਅਰ ਕਰਾਂਗੇ। ਲੇਕਿਨ ਫਿਲਹਾਲ ਇਹ ਇੱਕ ਹਾਦਸਾ ਵੇ ਔਰ ਹਾਦਸਾ ਕਿਸੇ ਵੀ ਮੁਲਕ 'ਚ ਹੋ ਸਕਦਾ ਵਾ, ਲੇਕਿਨ ਇਹ ਜਾ ਕੇ ਅੱਗੇ ਲੱਗੇਗਾ ਪਤਾ ਕਿ ਇਹ ਹਾਦਸਾ ਕਿਸੇ ਇਨਸਾਨੀ ਗਲਤੀ ਦੀ ਪਾਰੋਂ ਹੋਇਆ ਹੈ ਜਾਂ ਜਹਾਜ਼ ਦੇ ਕੋਈ ਟੈਕਨੀਕਲ ਇਸ਼ੂ ਨੇ ਜਿਨ੍ਹਾਂ ਦੀ ਪਾਰੋਂ ਹੋਇਆ। ਕਿਉਂਕਿ ਕੋਈ ਵੀ ਜਹਾਜ਼ ਜਦੋਂ ਉਤਰਦਾ ਹੈ ਤੇ ਉਸ ਤੋਂ ਬਾਅਦ ਦੁਬਾਰਾ ਚੜ੍ਹਨ ਤੋਂ ਪਹਿਲੇ ਉਹਦੇ ਸਾਰੇ ਟੈਸਟ ਹੁੰਦੇ ਆ, ਲੇਕਿਨ ਇਹ ਜਹਾਜ਼ ਉੱਡਣ ਤੋਂ ਕੁਝ ਮਿੰਟਾਂ ਤੋਂ ਬਾਅਦ ਹੀ ਮੈਡਲੇ ਕੌਰ ਕਰਕੇ ਡਿੱਗ ਪਿਆ ਵਾ। ਤੇ ਵੇਖਣਾ ਇਹ ਵੇ ਕਿ ਇਹਦੇ ਵਿੱਚ ਕੋਈ ਨਾਅਹਲੀ ਸ਼ਾਮਲ ਹੈ 에ਅਰਪੋਰਟ ਦੇ ਸਟਾਫ ਦੀ, ਇਹਦੇ ਵਿੱਚ ਕੋਈ ਹੋਰ ਐਸੀ ਚੀਜ਼ ਸ਼ਾਮਲ ਹੈ ਜਾਂ ਫਿਰ ਇਨਸਾਨੀ ਕੋਈ ਗਲਤੀ ਸ਼ਾਮਲ ਹੈ। ਲੇਕਿਨ ਇੱਕ ਹਾਦਸਾ ਵਾ, ਬਹੁਤ ਸਾਰੇ ਲੋਕ ਜਿਹੜੇ ਉਹਦੇ ਵਿੱਚ ਬ੍ਰਿਟਿਸ਼ ਵੀ ਨੇ ਕਿਉਂਕਿ ਬਰਮਿੰਗਮ ਜਾ ਰਿਹਾ ਸੀਗਾ ਤੇ ਜਿਹੜੇ ਜ਼ਾਹਿਰ ਹੈ ਆਪਣੇ ਆਪਣੇ ਘਰਾਂ ਤੋਂ ਆਏ ਹੋਣਗੇ, ਉਹਨਾਂ ਦੇ ਘਰ ਦੇ ਉਡੀਕਦੇ ਹੋਣਗੇ ਕਿ ਇੰਡੀਆ ਤੋਂ ਜਹਾਜ਼ ਉੱਡ ਪਿਆ ਵਾ ਤੇ 8 ਘੰਟਿਆਂ ਬਾਅਦ ਪਹੁੰਚਣਗੇ ਤੇ 에ਅਰਪੋਰਟ ਤੇ ਲੈਣ ਜਾਣਾ ਮੈਂ। ਉਹ ਹੁਣ 에ਅਰਪੋਰਟ ਤੇ ਵਿਚਾਰੇ ਕੀ ਜਾਣਗੇ, ਇਹ ਮਾੜੀ ਖਬਰ ਆ। ਲੇਕਿਨ ਇਹ ਕੋਈ ਨਾਅਹਲੀ ਵੀ ਹੋ ਸਕਦੀ ਆ ਔਰ ਅਗਰ ਕੋਈ ਨਾਅਹਲੀ ਹੈ ਤੇ ਸੋਸ਼ਲ ਮੀਡੀਆ ਤੇ ਕੁਝ ਇਹਦੇ ਬਾਰੇ ਦੀਆਂ ਖਬਰਾਂ ਨੂੰ ਡਿਸਕਸ ਮੇਰੇ ਖਿਆਲ ਨਾਲ ਜ਼ਰੂਰ ਕਰਨਾ ਵਾ ਮੈਂ। ਸੋਸ਼ਲ ਮੀਡੀਆ ਤੇ ਜਿਹੜੀਆਂ ਚੀਜ਼ਾਂ ਚੱਲਦੀਆਂ ਪਈਆਂ ਨੇ ਉਹਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਵਾ ਕਿ ਪਾਕਿਸਤਾਨ ਦੇ ISI ਦੇ ਤੇ ਬਸ ਦੂਸਰੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹਦੇ ਤੇ ਮਤਲਬ ਕਿ ਆਪਣਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਅਕਾਊਂਟ ਐਸੇ ਨੇ ਜਿਹੜੇ ਕਹਿ ਰਹੇ ਨੇ ਕਿ ਜੀ ਇਹ ਪਾਕਿਸਤਾਨ ਦਾ, ਅਮਰੀਕਾ ਦਾ, ਚਾਈਨਾ ਦਾ, ਸਾਰਿਆਂ ਦਾ ਰਲ ਕੇ ਮੁਸ਼ਤਰਕਾ ਕੰਮ ਆ, ਉਹਨਾਂ ਸਾਰਿਆਂ ਰਲ ਕੇ ਨਾ ਇਹ ਜਿਹੜਾ ਜਹਾਜ਼ ਆ ਇਹਨੂੰ ਡੇਗਿਆ ਵਾ। ਮਤਲਬ ਇਹ ਜਿਹੜੇ ਅਕਾਊਂਟ ਨੇ ਇਹਨਾਂ ਦੇ ਬਾਰੇ ਤੁਸੀਂ ਨਾ ਰੋਕ ਸਕਦੇ ਨਾ ਟੋਕ ਸਕਦੇ ਹੋ ਕਿ ਹਰ ਬੰਦੇ ਦੀ ਆਪਣੀ ਜ਼ੁਬਾਨ ਹੈ। 150 ਕਰੋੜ ਦੀ ਆਬਾਦੀ ਵਾਲੇ ਮੁਲਕ ਦੇ ਵਿੱਚ ਤੁਸੀਂ ਕਿੱਦਾਂ ਮੂੰਹ ਫੜੋਗੇ। ਫਿਰ ਇੱਕ ਟਵੀਟ ਪੜ੍ਹੀ ਮੈਂ ਜਿਹਦੇ ਤੇ ਲਿਖਿਆ ਜੀ ਕਿ CIA ਤੇ ISI ਨੇ ਮਿਲ ਕੇ 에ਅਰ ਇੰਡੀਆ ਨੂੰ ਡੇਗਣ ਵਾਸਤੇ ਜਾਂ 에ਅਰ ਇੰਡੀਆ ਨੂੰ ਮਤਲਬ ਜ਼ਾਹਿਰ ਹੈ ਉਹਦੇ ਹਿੱਸੇ ਡਿੱਗ ਪੈਣਗੇ ਜਾਂ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਇਹ ਸਾਰੀਆਂ ਗੱਲਾਂ ਵੀ ਲੈ ਕੇ ਜਾਈਆਂ ਜਾ ਰਹੀਆਂ ਨੇ। ਲੇਕਿਨ ਮੇਰੇ ਖਿਆਲ ਨਾਲ ਇਹ ਏਜੰਸੀਆਂ ਦਾ ਪ੍ਰੋਪੋਗੰਡਾ ਹੁੰਦਾ ਵੇ ਕਿ ਤੁਸੀਂ ਦੇਖੋ ਉਹ ਪਹਿਲਗਾਮ ਵਾਲਾ ਵਾਕਿਆ ਤੁਹਾਡੇ ਸਾਹਮਣੇ ਹੀ ਹੈ ਕਿ ਪਹਿਲਗਾਮ ਵਾਲੇ ਵਾਕਿਏ ਦੇ ਬਾਰੇ ਵੀ ਇਹ ਕਿਹਾ ਗਿਆ ਸੀਗਾ ਕਿ ਇਹ ਪਾਕਿਸਤਾਨ ਦਾ ਕੰਮ ਆ, ਇੱਥੇ ਪਾਕਿਸਤਾਨ ਨੇ ਆ ਕੇ ਪਹਿਲਗਾਮ ਵਿੱਚ ਕਰਤਾ। ਹੁਣ ਜਹਾਜ਼ ਨਾਰਮਲ ਪੈਸੇਂਜਰਾਂ ਵਾਲਾ ਜਹਾਜ਼ ਉਹ ਉੱਡਿਆ ਹੈ, ਉਹਦੇ ਨਾਲ ਹਾਦਸਾ ਹੋ ਗਿਆ। ਨਾਅਹਲੀ ਹੋਏਗੀ ਤੁਹਾਡੀ ਡੈਫੀਨੇਟ ਹਕੂਮਤ ਦੀ ਨਾਅਹਲੀ ਹੋਏਗੀ ਜਾਂ ਉਹਦੇ ਵਿੱਚ 에ਅਰਪੋਰਟ ਦੇ ਸਟਾਫ ਦੀ ਨਾਅਹਲੀ ਹੋਏਗੀ ਜਾਂ ਫਿਰ ਕੋਈ ਹੋਰ ਵੀ ਹੋ ਸਕਦੀ ਆ। ਹਾਦਸਾ ਤਾਂ ਕਿਸੇ ਵੀ ਤਰ੍ਹਾਂ ਹੋ ਸਕਦਾ, ਲੇਕਿਨ ਉਸ ਹਾਦਸੇ ਨੂੰ ਵੀ ਇਸ ਗੱਲ ਨਾਲ ਜੋੜਨਾ ਕਿ ਇਹਦੇ 'ਚ ਪਾਕਿਸਤਾਨ ਤੇ ਹੁਣ ਅਗਰ ਫਰਜ਼ ਕੀਤਾ ਕਿ ਅਮਰੀਕਾ ਦੇ ਤਲਕਾਤ ਤੁਹਾਡੇ ਨਾਲ ਚੰਗੇ ਨਹੀਂ ਹੈਗੇ ਤੇ ਹੁਣ ਤੁਸੀਂ ਅਮਰੀਕਾ ਤੇ ਪਾ ਦਿਓ ਕਿ ਜਿਹੜਾ ਅਮਰੀਕਾ ਦੀ CIA ਉਹ ਇਹਦੇ 'ਚ ਸ਼ਾਮਲ ਹੈ। ਇਹ ਮੇਰੇ ਖਿਆਲ ਨਾਲ ਜਿਹੜਾ ਆਪਣਾ ਨਰਿੰਦਰ ਮੋਦੀ ਹੈ ਨਾ, ਉਹਨੇ 12 ਸਾਲ ਦੀ ਹਕੂਮਤ ਦੇ ਵਿੱਚ ਜੋ ਬਣਾਇਆ ਹੈ ਨਾ, ਉਹ ਇਹੋ ਕੁਝ ਹੀ ਬਣਾਇਆ ਹੈ ਕਿ ਉਹਨੇ ਲੋਕਾਂ ਦੀਆਂ ਜ਼ਿਹਨ ਸਾਜ਼ੀਆਂ ਇਸ ਲੈਵਲ ਤੱਕ ਕਰਤੀਆਂ ਨੇ ਕਿ ਇੱਕ ਨਾਰਮਲ ਵੀ ਹਾਦਸਾ ਹੋਇਆ ਨਾ ਤੇ ਉਹ ਵੀ ਜਿਹੜਾ ਉਹ ਪਾਕਿਸਤਾਨ ਤੇ ਪਾ ਦਿਓ। ਮਤਲਬ ਕੋਈ ਅਗਰ ਕੋਈ ਬਾਲ ਜੰਮਿਆ ਤੇ ਉਹਦੇ ਤੇ ਵੀ ਪਾਕਿਸਤਾਨ ਤੇ ਪਾ ਦਿਓ, ਹੈ ਜੀ। ਕੋਈ ਹੋਰ ਅਗਰ ਕੋਈ ਐਸੀ ਗੱਲ ਹੈ ਤੇ ਉਹ ਵੀ ਪਾ ਦਿਓ। ਲੇਕਿਨ ਇਹਦੇ ਤੇ ਜਿਹੜੀ ਮੈਂ ਹਾਂ ਇੱਕ ਗੱਲ ਹੋਰ ਵੀ ਆਈ ਹੈ, ਉਹ ਇਹ ਪਾਇਆ ਜਾ ਰਿਹਾ ਕਿ ਜਿਹੜਾ ਖਾਲਿਸਤਾਨ ਦੀ ਤਹਿਰੀਕ ਵਾਲੇ ਸਿੱਖ ਨੇ ਇਹ ਹਾਦਸਾ ਉਹਨਾਂ ਨੇ ਮਤਲਬ ਕਿ ਇਹਦੇ ਪਿੱਛੇ ਉਹ ਸ਼ਾਮਲ ਆ। ਮਤਲਬ ਇਸ ਜਹਾਜ਼ ਨੂੰ ਡੇਗਣ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਖਾਲਿਸਤਾਨ ਵਾਲੀ ਜਿਹੜੀ ਤਹਿਰੀਕ ਦੇ ਸਿੱਖ ਨੇ ਉਹ ਸ਼ਾਮਲ ਨੇ। ਬਈ ਤੁਸੀਂ ਅੰਦਾਜ਼ਾ ਕਰੋ ਕਿ ਜਹਾਜ਼ ਡਿੱਗਾ ਹੈ, ਉਹਦੀ ਕੋਈ ਇਨਕੁਆਇਰੀ ਹੋਣ ਦਿਓ, ਉਹਦੇ ਕੋਈ ਮਾਮਲਾਤ ਬਲੈਕ ਬਾਕਸ ਖੁੱਲ੍ਹਣ ਦਿਓ, ਉਹਦੇ ਵਿੱਚ ਪਾਇਲਟ ਦੀ ਆਵਾਜ਼ ਸੁਣੋ, ਉਹਦੇ ਵਿੱਚ ਤੁਹਾਨੂੰ ਕੋਈ ਟੈਕਨੀਕਲ ਇਸ਼ੂ ਹੋਣ, ਕੋਈ ਪਤਾ ਲੱਗੇ,
ਤੇ ਫਿਰ ਪਤਾ ਲੱਗੇਗਾ, ਫਿਰ ਤੁਸੀਂ ਕਿਸੇ ਤੇ ਇਲਜ਼ਾਮ ਲਾਓ। ਇੱਧਰ ਤੁਸੀਂ ਮਤਲਬ ਹਾਲੇ ਤੱਕ ਜਹਾਜ਼ ਡਿੱਗਿਆ ਤੇ ਇੱਧਰ ਤੁਸੀਂ ਇਲਜ਼ਾਮ ਲਾਣੇ ਸ਼ੁਰੂ ਕਰਤੇ ਨੇ। ਮੇਰੇ ਖਿਆਲ ਨਾਲ ਇਹ ਕਾਫੀ ਭੈੜੀ ਗੱਲ ਆ। ਅੱਛਾ ਜੀ, ਪਾਕਿਸਤਾਨ ਦੇ ਸਾਬਕ ਜਿਹੜੇ ਪ੍ਰਾਈਮ ਮਿਨਿਸਟਰ ਨੇ ਨਵਾਜ਼ ਸ਼ਰੀਫ ਸਾਹਿਬ, ਉਹਨਾਂ ਨੇ ਇਹਦੇ ਤੇ ਟਵੀਟ ਕੀਤਾ ਤੇ ਉਹਦੇ ਤੇ ਟਵੀਟ ਕਰਕੇ ਗਿਆ ਕਿ ਇਹ ਇੱਕ ਹਾਦਸਾ ਵੇ। ਇਸ ਹਾਦਸੇ ਦੇ ਵਿੱਚ ਜਿਹੜੇ ਨਹੀਂ ਰਹੇ ਦੁਨੀਆ ਤੇ ਹੁਣ, ਉਹਨਾਂ ਦੇ ਖਾਨਦਾਨਾਂ ਨਾਲ ਉਹਨਾਂ ਨੇ ਇਜ਼ਹਾਰੇ ਹਮਦਰਦੀ ਕੀਤਾ। ਦੇਖੋ, ਹਾਦਸਾ ਕਿਸੇ ਵੀ ਜਗ੍ਹਾ ਤੇ ਹੋ ਸਕਦਾ ਹੈ। ਇਹ ਨਵਾਜ਼ ਸ਼ਰੀਫ ਸਾਹਿਬ ਦਾ ਵੱਡਾ ਪਨ ਆ ਕਿ ਉਹ ਇਹਦੇ ਤੇ ਅਫਸੋਸ ਦਾ ਇਜ਼ਹਾਰ ਕਰਦੇ ਪਏ ਨੇ। ਔਰ ਮੇਰੇ ਖਿਆਲ ਨਾਲ ਦੁਨੀਆ ਦੇ ਹਰ ਮੁਲਕ ਦਾ ਸਦਰ ਕੀ ਹੋਵੇ ਤੇ ਵਜ਼ੀਰ ਆਜ਼ਮ ਕੀ ਹੋਵੇ, ਕੋਈ ਵੀ ਅਥਾਰਟੀ ਹੋਵੇ, ਉਹ ਇਹਦੇ ਤੇ ਜ਼ਰੂਰ ਇਜ਼ਹਾਰੇ ਅਫਸੋਸ ਕਰੇਗਾ। ਕਿਉਂਕਿ ਹਾਦਸੇ ਜਿਹੜੇ ਨੇ ਨਾ ਜੀ, ਕਿਉਂਕਿ ਇਹਨਾਂ ਹਾਦਸਿਆਂ ਦੇ ਵਿੱਚ ਜਿਹੜੀਆਂ ਫੈਮਲੀਆਂ ਦਾ ਨੁਕਸਾਨ ਹੋਇਆ ਹੈ, ਉਹ ਇਹਨਾਂ ਸਰਹੱਦਾਂ ਤੋਂ, ਇਹਨਾਂ ਲੜਾਈਆਂ ਤੋਂ, ਇਹਨਾਂ ਝਗੜਿਆਂ ਤੋਂ ਹੁਣ ਉਹ ਹਮੇਸ਼ਾ ਵਾਸਤੇ ਨਜ਼ਰਾਂ ਤੋਂ ਓਝਲ ਹੋ ਗਏ ਨੇ। ਉਹਨਾਂ ਨੂੰ ਕੋਈ ਫਰਕ ਨਹੀਂ ਪਵੇਗਾ ਕਿ ਬਾਅਦ 'ਚ ਜੰਗ ਲੱਗ ਜਾਵੇ, ਬਾਅਦ 'ਚ ਸੁਲ੍ਹਾ ਹੋ ਜਾਵੇ ਜਾਂ ਕੋਈ ਹੋਰ ਐਸਾ ਕੰਮ ਹੋ ਜਾਏ, ਕਿਉਂਕਿ ਜਿਹੜੇ ਜਾਨ ਵਾਲੇ ਨੇ ਚਲੇ ਗਏ ਨੇ। ਤੇ ਨਵਾਜ਼ ਸ਼ਰੀਫ ਸਾਹਿਬ ਵੱਲੋਂ ਇਹ ਜਿਹੜੀ ਟਵੀਟ ਹੈ, ਇਨਸਾਨੀ ਹਮਦਰਦੀ ਨੂੰ ਜ਼ਿਹਨ 'ਚ ਰੱਖਿਆ ਹੈ। ਮੇਰੇ ਖਿਆਲ ਨਾਲ ਇੱਕ ਬੜਾ ਬਿਹਤਰੀਨ ਕੰਮ ਉਹਨਾਂ ਕੀਤਾ, ਬਹੁਤ ਚੰਗਾ ਕੀਤਾ ਕਿ ਟਵੀਟ ਕੀਤੀ ਹੈ। ਲੇਕਿਨ ਇਹਦੇ ਤੇ ਸੋਸ਼ਲ ਮੀਡੀਆ ਤੇ ਜਿਹੜੇ ਰੱਦੇ ਮਿਲੇ ਨਾ, ਉਹ ਮਿਲਿਆ ਜੁਮਿਆ ਹੈ। ਸਾਡੇ ਇੱਕ ਦੋਸਤ ਨੇ ਕਾਮੀ ਭਾਈ, ਬੜੇ ਅੱਛੇ ਦੋਸਤ ਨੇ, ਉਹਨਾਂ ਨੇ ਕਿਹਾ ਮੀਆਂ ਸਾਹਿਬ ਤੁਸੀਂ ਲੂਜ਼ ਬਾਲ ਦੇ ਦਿੱਤੀ ਹੈ, ਕਿ ਉਹਨਾਂ ਨੇ ਕਹਿਣਾ ਜੀ ਕਿ ਜੰਗ ਦੇ ਦੌਰਾਨ ਤੁਹਾਡਾ ਜਿਹੜਾ ਟਵਿੱਟਰ ਹੈਂਡਲ ਹੈ ਖਾਮੋਸ਼ ਰਿਹਾ, ਤੇ ਹੁਣ ਤੁਸੀਂ ਯੂਥੀਆਂ ਨੂੰ ਤੇ ਯੂਟਿਊਬਰਾਂ ਨੂੰ ਇੱਕ ਨਵੀਂ ਲਾਈਨ ਦਿੱਤੀ, ਅਗਲੇ 2 ਦਿਨ ਇਹਦੇ ਤੇ ਹੀ ਭੌਂਕਦੇ ਰਹਿਣਗੇ। ਕਾਮੀ ਭਾਈ ਤੁਹਾਡੀ ਗੱਲ ਤੇ ਠੀਕ ਹੈ, ਭੌਂਕਦੇ ਰਹਿਣ, ਉਹ ਫਿਰ ਉਹਨਾਂ ਦਾ ਕੰਮ ਹੈ, ਤੁਸੀਂ ਨਾ ਵੀ ਕਰੋਗੇ ਉਹਨਾਂ ਭੌਂਕਣਾ ਹੀ ਹੈ। ਲੇਕਿਨ ਮੀਆਂ ਸਾਹਿਬ ਨੇ ਜੋ ਕੀਤਾ ਮੇਰੇ ਖਿਆਲ ਨਾਲ ਇਹ ਬਿਲਕੁਲ ਠੀਕ ਕੀਤਾ। ਫਿਰ ਅੱਗੇ ਕੁਝ ਹੋਰ ਦੋਸਤ ਵੀ ਥੱਲੇ ਲਿਖਦੇ ਨੇ ਕਿ मियाँ साहब आप एक बड़े लीडर हैं और आपने एक बहुत ही शानदार काम किया है कि इस मुश्किल वक्त में, चाहे वो आपके दुश्मन हैं, लेकिन क्योंकि यहाँ पे कुछ इंसानी जानी ज़ाया हुई हैं, तो उस पर ट्वीट करके आपने बड़ा अच्छा काम किया है। अली अहमद कुट साहब हैं, उनका ट्विटर हैंडल पता नहीं अब ओरिजिनल है कि नहीं ओरिजिनल, उन्होंने भी कहा कि मियाँ साहब आप एक बड़े सियासतदान हैं, ज़ीरक सियासतदान हैं, आपने ये ट्वीट करके बहुत कमाल किया है। उन्होंने भी किया है। इसके अलावा नीचे अब ज़ाहिर है वो मियाँ मोहम्मद नवाज शरीफ का जब ट्विटर हैंडल है तो उससे ट्वीट होगी तो नीचे लाखों की तादाद में कमेंट्स आएंगे, कोई आपके हक में बात करेंगे, कोई आपकी मुखालफत में बात करेंगे। अच्छा जी, यहाँ पर एक और ਤੁਹਾਨੂੰ ਪਤਾ ਇੱਕ ਹੋਰ ਇਸ ਟਾਈਮ ਅੱਗ ਲੱਗੀ ਇੰਡੀਆ ਨੂੰ, ਉਹ ਵੇ ਜੇ ਤੁਹਾਡਾ ਫੀਲਡ ਮਾਰਸ਼ਲ ਜਿਹੜਾ ਆਸਮ ਮਨੀਰ ਹੈ, ਉਹਦਾ ਅਮਰੀਕਾ ਦਾ ਦੌਰਾ ਕਿੱਦਾਂ ਕੀਤਾ, ਕੀ ਕਾਹਦਾ ਹੋ ਰਿਹਾ ਜੀ, ਕੋਈ ਪਲਾਨ ਆ? ਨਹੀਂ ਜੀ, ਇਹ ਉਹਨਾਂ ਦੀ ਕੋਈ 250 ਸਾਲਾ ਜਿਹੜੀ ਉਹਨਾਂ ਦੀ ਫੌਜ ਆ, ਉਹਦੀ ਫਤੂਹਾਤ ਤੇ ਕੋਈ ਦਿਨ ਮਨਾਇਆ ਜਾ ਰਿਹਾ ਔਰ ਉਸ ਦਿਨ ਤੇ ਕੋਈ ਪਰੇਡ ਕੀਤੀ ਜਾ ਰਹੀ ਹੈ, ਉਹ ਵੱਡੀ ਪਰੇਡ ਕੀਤੀ ਜਾ ਰਹੀ ਹੈ। ਹੁਣ ਉੱਥੇ ਆਸਮ ਮਨੀਰ ਸਾਹਿਬ ਨੂੰ ਬੁਲਾਇਆ ਜਾ ਰਿਹਾ ਹੈ। ਆਸਮ ਮਨੀਰ ਸਾਹਿਬ ਨੂੰ ਕਿਉਂ ਬੁਲਾਇਆ ਜਾ ਰਿਹਾ ਹੈ, ਆਸਮ ਮਨੀਰ ਸਾਹਿਬ ਦੇ ਜਾਣ ਦੇ ਪਾਕਿਸਤਾਨ ਨੂੰ ਕੀ ਫਾਇਦੇ ਹੋਣਗੇ, ਇਹਦੇ ਤੇ ਗੱਲ ਕੀਤੀ ਜਾ ਸਕਦੀ ਆ। ਲੇਕਿਨ ਕਿਉਂਕਿ ਇੰਡੀਆ ਵਾਲਿਆਂ ਨੂੰ ਬਹੁਤ ਅੱਗ ਲੱਗੀ ਆ, ਵੈਸੇ ਮੈਂ ਹਾਲ ਤੱਕ ਸੁਣਿਆ ਨਹੀਂ ਕਿ ਇੰਡੀਆ ਦੇ ਜਿਹੜੇ ਆਰਮੀ ਚੀਫ ਨੇ ਉਹਨਾਂ ਨੂੰ ਵੀ ਮੋਦੀ ਨੇ ਬੁਲਾਇਆ ਕਿ ਨਹੀਂ ਬੁਲਾਇਆ, ਜਾਂ ਸਿਰਫ ਔਰ ਸਿਰਫ ਆਸਮ ਮਨੀਰ ਸਾਹਿਬ ਨੂੰ ਬੁਲਾਇਆ। ਇੰਡੀਆ ਨੂੰ ਮਰਚਾਂ ਇਹ ਲੱਗੀਆਂ ਨੇ, ਇੰਡੀਆ ਆਪਣੇ ਜੈ ਸ਼ੰਕਰ ਤੋਂ ਲੈ ਕੇ ਨਰਿੰਦਰ ਮੋਦੀ ਨੂੰ ਇਸ ਗੱਲ ਤੋਂ ਗਾਲਾਂ ਕੱਢਦੇ ਪਏ ਨੇ ਬਈ ਤੁਹਾਡੀ ਕਿੱਧਰ ਗਈ ਸਾਰੀ ਦੀ ਸਾਰੀ ਜਿਹੜੀ ਸਵਾਰਥਕਾਰੀ ਆ। ਤੁਸੀਂ ਅਮਰੀਕਾ ਦੇ ਵਿੱਚ ਇੰਨੀ ਲੌਬਿੰਗ ਬਣਾ ਕੇ ਰੱਖੀ ਸੀ, ਇੰਨੇ ਤੁਸੀਂ ਖਰਚੇ ਕਰਦੇ ਸੀ, ਸਾਰੇ ਕਿੱਧਰ ਗਏ? ਉਹ ਕੌਣ ਲੈ ਗਿਆ, ਕਿੱਧਰ ਖਾ ਗਿਆ, ਕਿੱਧਰ ਪੀ ਗਿਆ? ਕਿ ਤੁਹਾਡੀ ਇੰਨੀ ਔਕਾਤ ਨਹੀਂ ਕਿ ਤੁਹਾਨੂੰ ਇੱਕ ਤੇ ਇੰਡੀਆ ਨੂੰ ਪੁੱਛਦਾ ਨਹੀਂ ਪਿਆ ਅਮਰੀਕਾ, ਤੇ ਦੂਜਾ ਜਿਹੜਾ ਤੁਹਾਡਾ ਦੁਸ਼ਮਣ ਮੁਲਕ ਹੈ ਉਹਨੂੰ ਉਹਦੇ ਵਜ਼ੀਰ ਆਜ਼ਮ ਦੀ ਤਾਰੀਫਾਂ। ਨਰਿੰਦਰ ਮੋਦੀ ਨੇ ਹੁਣ ਤੱਕ 12 ਦਫਾ ਪਾਕਿਸਤਾਨ ਦੀ ਜਿਹੜੀ ਕਿਆਦਤ ਆ, ਮੈਂ ਇਹ ਗਿਣੇ ਲਫ਼ਜ਼ ਕਹਿ ਰਿਹਾ, ਗਿਣੇ ਇੰਟਰਵਿਊ ਕਰ ਰਿਹਾ ਕਿ 12 ਦਫਾ ਨਰਿੰਦਰ ਮੋਦੀ ਹੁਣ ਤੱਕ ਇਸ ਜੰਗ ਤੋਂ ਬਾਅਦ ਪਾਕਿਸਤਾਨ ਦੇ ਲੋਕਾਂ ਦੀ, ਪਾਕਿਸਤਾਨ ਦੀ ਜਿਹੜੀ ਇਸ ਟਾਈਮ ਬਿਹਤਰੀਨ ਹੈਗੀ ਆ ਕਿਆਦਤ ਉਹਦੀ, ਔਰ ਪਾਕਿਸਤਾਨ ਜਿਹੜਾ ਕੰਮ ਕਰਦਾ ਦੁਨੀਆ ਤੇ ਉਹਦੀ ਤਾਰੀਫ ਕਰ ਚੁੱਕਿਆ। ਇਹ ਛੋਟੀ ਗੱਲ ਨਹੀਂ ਹੈਗੀ, ਇਹ ਬਹੁਤ ਵੱਡੀ ਗੱਲ ਹੈ। ਇਸੇ ਗੱਲ ਦੀਆਂ ਮਰਚਾਂ ਲੱਗੀਆਂ ਹੋਈਆਂ ਨੇ ਇੰਡੀਆ ਨੂੰ, ਇੰਡੀਆ ਦੀ ਹਕੂਮਤ ਨੂੰ, ਇੰਡੀਆ ਦੀ ਆਵਾਮ ਨੂੰ ਕਿ ਸਾਨੂੰ ਤੇ ਮੂੰਹ ਨਹੀਂ ਲਾ ਰਿਹਾ। ਸਾਨੂੰ ਕਹਿ ਰਿਹਾ ਕਿ ਇਹਦੇ ਤੇ ਟੈਸਲਾ ਜਿਹੜਾ ਇੱਥੇ ਆਪਣੇ ਪਲਾਂਟ ਨਾ ਲਾਵੇ, ਟੈਸਲਾ ਵਾਲਾ ਉਹ ਕਹਿ ਰਿਹਾ ਕਿ ਇੱਥੇ ਜਿਹੜਾ ਆਈਫੋਨ ਦਾ ਮਾਲਕ ਆ ਉਹ ਇੱਥੇ ਆਪਣੀ ਇਨਵੈਸਟਮੈਂਟ ਨਾ ਕਰੇ, ਔਰ ਦੂਜੇ ਪਾਸੇ ਪਾਕਿਸਤਾਨ ਦੀ ਤਾਰੀਫਾਂ ਕੀਤੀ ਜਾ ਰਿਹਾ ਤੇ ਪਲੱਸ ਪਾਕਿਸਤਾਨ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਬਲਕਿ ਚੀਫ ਆਫ ਆਰਮੀ ਸਟਾਫ ਹੈ ਉਹਨੂੰ ਉਸ ਦਾਅਵਤ ਦਿੱਤੀ ਜਾ ਰਹੀ ਹੈ। ਇਹ ਬੜੀ ਵੱਡੀ ਗੱਲ ਆ, ਬੜੀ ਵੱਡੀ ਕਾਮਯਾਬੀ ਆ। ਇਹਦੇ ਕੁਝ ਲੋਕ ਕਹਿ ਰਹੇ ਨੇ ਕਿ ਉਹ ਚੀਫ ਆਫ ਆਰਮੀ ਸਟਾਫ ਜਿਹੜਾ ਅਮਰੀਕਾ ਦਾ ਉਹਦਾ ਤੇ ਇਹ ਦੋਵੇਂ ਆਪਸ ਯਾਰ ਨੇ। ਉਹ ਚੰਗੀ ਗੱਲ ਹੈ ਭਾਈ, ਯਾਰ ਤੇ ਯਾਰ ਨੂੰ ਬੁਲਾਏਗਾ ਹੀ ਨਾ। ਅੱਛਾ, ਉੱਥੇ ਜਦੋਂ ਜਾਣਗੇ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਉੱਥੇ ਤਵੱਜਾ ਦਾ ਮਰਕਜ਼ ਉਸ ਮਹਿਫਲ ਦੇ ਵਿੱਚ ਸਿਰਫ ਆਸਮ ਮਨੀਰ ਹੋਏਗਾ। ਹਰ ਬੰਦਾ ਆਸਮ ਮਨੀਰ ਨੂੰ ਮਿਲਣਾ ਚਾਹੇਗਾ, ਅਮਰੀਕਾ ਦਾ ਹਰ ਜਨਰਲ ਉਹਦੇ ਨਾਲ ਸਲਾਮ ਲੈਣਾ ਚਾਹੇਗਾ, ਫੋਟੋ ਖਿਚਵਾਉਣਾ ਚਾਹੇਗਾ, ਕਿਉਂਕਿ ਰੱਬ ਦੀ ਜ਼ਾਤ ਨੇ ਜਿਹੜੀ ਇੱਜ਼ਤ ਇਸ ਵਕਤ ਫੀਲਡ ਮਾਰਸ਼ਲ ਆਸਮ ਮਨੀਰ ਨੂੰ ਦੇ ਦਿੱਤੀ ਹੈ, ਇਹ ਉਹ ਇੱਜ਼ਤ ਉਹਨੇ ਕਮਾਈ ਹੋਈ ਆ। ਔਰ ਇਸ ਟਾਈਮ ਆਸਮ ਮਨੀਰ ਕੋ ਅਮਰੀਕਾ ਦੀ ਜੰਗ ਨਹੀਂ ਲੜਿਆ, ਉਹਨੇ ਆਪਣੇ ਮੁਲਕ ਦੀ ਜੰਗ ਲੜੀ ਆ ਔਰ ਆਪਣੇ ਮੁਲਕ ਨੂੰ ਫਤਹ ਦਿਵਾਈ ਆ ਔਰ ਆਪਣੇ ਅਜ਼ਲੀ ਦੁਸ਼ਮਣ ਨੂੰ ਜੀ ਸ਼ਿਕਸਤ ਦਿੱਤੀ ਆ। ਇਹ ਵਜ੍ਹਾ ਵਾ ਉਹਦੀ ਉੱਥੇ ਉਹ ਮਤਲਬ ਕਿ ਇੱਕ ਜਿਹਨੂੰ ਕਹਿੰਦੇ ਹੋ ਤੁਸੀਂ ਕਿ ਉਹ ਤਵੱਜਾ ਦਾ ਮਰਕਜ਼ ਹੋਏਗਾ, ਇਹ ਇੱਕ ਹੋਏਗਾ। ਅੱਛਾ ਜੀ, ਉਹਦੇ ਤੇ ਹੁਣ ਜ਼ਾਹਿਰ ਹੈ ਤੁਹਾਨੂੰ ਪਤਾ ਪੀਟੀਆਈ ਜਿਹੜੇ ਯੂਥੀਏ ਨੇ ਇਹਨਾਂ ਨੇ ਇਸ ਟਾਈਮ ਸਲਾਹ ਕੀਤੀ ਹੋਈ ਹੈ ਕਿ ਉੱਥੇ 14 ਜੂਨ ਨੂੰ ਪਾਕਿਸਤਾਨ ਦੀ ਅੰਬੈਸੀ ਦੇ ਬਾਹਰ ਜਿਹੜਾ ਹੈ ਉਹ ਉਹਨਾਂ ਨੇ ਸਲਾਹ ਬਣਾਈ ਹੈ ਕਿ ਉੱਥੇ ਪ੍ਰੋਟੈਸਟ ਕਰਨਗੇ। ਇਹ ਜਿਹੜੀ ਸਲਾਹ ਵੀ ਹੁੰਦੀ ਹੈ ਤੁਹਾਨੂੰ ਪਤਾ ਹੈ ਇਹ ਜਿਹੜਾ ਨਰਿੰਦਰ ਮੋਦੀ ਹੈ ਨਾ ਉਹਨੇ ਬਣਾਈ ਹੋਈ ਹੈ, ਤੇ ਨਰਿੰਦਰ ਮੋਦੀ ਜਿਹੜਾ ਹੈ ਨਾ
ਉਹਨੇ ਆਪਣਾ ਨਰਿੰਦਰ ਮੋਦੀ ਨੇ ਜਿਹੜੀ ਇਹ ਕਰਨੀ ਹੈ ਪ੍ਰੋਟੈਸਟ ਉੱਥੇ ਨਰਿੰਦਰ ਮੋਦੀ ਨਹੀਂ ਬਲਕਿ ਸ਼ਹਿਬਾਜ਼ ਗਿੱਲ ਸਾਹਿਬ ਜਿਹੜੇ ਨੇ ਉਹਨਾਂ ਨੇ ਇੱਕ ਸਲਾਹ ਕੀਤੀ ਕਿ ਅਸੀਂ ਜਨਾਬ ਆਪਣਾ ਉੱਥੇ ਪ੍ਰੋਟੈਸਟ ਕਰਾਂਗੇ ਔਰ ਸਾਡੇ ਉਸ ਪ੍ਰੋਟੈਸਟ ਨਾਲ ਜਿਹੜਾ ਕਿ ਪਤਾ ਨਹੀਂ ਉਹਦੇ ਨਾਲ ਕੀ ਫਰਕ ਪੈ ਜਾਏਗਾ। ਪ੍ਰੋਟੈਸਟ ਦੇ ਬਾਰੇ ਦੱਸਣਾ ਇਹ ਵੇ ਜਾਂ ਪ੍ਰੋਟੈਸਟ ਦੇ ਬਾਰੇ ਗੱਲ ਇਹ ਕਰਨੀ ਆ ਕਿ ਟਰੰਪ ਨੇ ਕਿਹਾ ਜੀ ਕਿ ਜਿਹਨੇ 14 ਤਰੀਕ ਨੂੰ ਪਰੇਡ ਦੇ ਦਰਮਿਆਨ ਉੱਥੇ ਪ੍ਰੋਟੈਸਟ ਕੀਤਾ ਉਸ ਨੂੰ 1 ਸਾਲ ਦੀ ਸਜ਼ਾ ਦਿੱਤੀ ਜਾਏਗੀ। ਇੱਕ ਉਹਨਾਂ ਪਹਿਲੇ ਹੀ ਬਣਾਤਾ, ਉਹਨਾਂ ਪਹਿਲੇ ਹੀ ਦੱਸਤਾ ਭਾਜਨ ਕਿ ਜਿਹੜਾ ਅਮਰੀਕਾ ਦੇ ਵਿੱਚ ਉਸ ਦਿਨ ਪ੍ਰੋਟੈਸਟ ਕਰੇਗਾ 1 ਸਾਲ ਦੀ ਸਜ਼ਾ ਦਿੱਤੀ ਜਾਏਗੀ। ਹੁਣ ਸੋਚਣਾ ਇਹ ਵੇ ਵੇਖਣਾ ਇਹ ਵੇ ਕਿ ਆਇਆ ਨਰਿੰਦਰ ਮੋਦੀ ਜਿਹੜਾ ਵੇ ਉਹ ਨਰਿੰਦਰ ਮੋਦੀ ਜ਼ਾਹਿਰ ਹੈ ਬੀ ਟੀਮ ਹੈ ਸ਼ਹਿਬਾਜ਼ ਗਿੱਲ ਕਿ ਆਇਆ ਉੱਥੇ ਇਹ ਹਾਲੀ ਵੀ ਜਾਂਦੇ ਨੇ, ਹਾਲੀ ਵੀ ਜਾ ਕੇ ਉੱਥੇ ਇਹ ਪ੍ਰੋਟੈਸਟ ਕਰਦੇ ਨੇ ਪਾਕਿਸਤਾਨ ਦੀ ਐਮਬੈਸੀ ਦੇ ਬਾਹਰ ਔਰ ਅਗਰ ਕਰਦੇ ਨੇ ਤੇ ਫਿਰ ਇਹ ਅਮਰੀਕਾ ਦੇ ਮਹਿਮਾਨ ਆਸਮ ਮਨੀਰ ਦੀ ਮੇਰਾ ਖਿਆਲ ਹੈ ਕਿ ਤੁਸੀਂ ਸਮਝ ਜਾਓ ਜਿਹੜਾ ਅਮਰੀਕਾ ਦੇ ਸਦਰ ਦਾ ਮਹਿਮਾਨ ਹੋਏਗਾ ਔਰ ਮਹਿਮਾਨ ਵੀ ਬੜਾ VIP ਹੋਏਗਾ, ਤੁਸੀਂ ਉਹਦੇ ਅਗੇਂਸਟ ਜਾ ਕੇ ਅਗਰ ਪਾਕਿਸਤਾਨ ਦੀ ਐਮਬੈਸੀ ਦੇ ਪ੍ਰੋਟੈਸਟ ਕਰੋਗੇ ਤੇ ਫਿਰ ਮੇਰਾ ਖਿਆਲ ਹੈ ਜਿਹੜੇ ਕਰਨਗੇ ਉਹਨਾਂ ਦਾ ਰਹਿਣਾ ਉੱਥੇ ਕਾਫੀ ਮੁਸ਼ਕਿਲ ਹੋ ਜਾਏਗਾ ਕਿਉਂਕਿ ਤੁਸੀਂ ਸਦਰ ਟਰੰਪ ਦੇ ਜ਼ਾਤੀ ਮਹਿਮਾਨ ਬੁਲਾਏ ਹੋਏ ਸਪੈਸ਼ਲ ਮਹਿਮਾਨ ਦੇ ਖਿਲਾਫ ਉੱਤੇ ਇੱਕ ਤਰ੍ਹਾਂ ਦੀ ਹਰਕਤ ਕਰੋਗੇ ਤੇ ਛਿੱਤਰ ਤਿਆਰ ਰੱਖਣਗੇ। ਇਹਦੇ ਸ਼ਹਿਬਾਜ਼ ਗਿੱਲ ਸਾਹਿਬ ਜਿਹੜੇ ਨੇ ਉਹਨਾਂ ਨੇ ਪੈਸੇ ਤੇ 4 ਕਮਾਣੇ ਨੇ, ਫੰਡ ਤੇ ਇਕੱਠੇ ਕਰਨੇ ਨੇ, ਉੱਥੇ ਦੇ ਭੋਲੇ ਭਾਲੇ ਡਾਕਟਰਾਂ ਨੂੰ ਦਾਅ ਲਾਣਾ ਵਾ ਲੇਕਿਨ ਉਹ ਦਾਅ ਲਾਣ ਦੇ ਚੱਕਰ ਦੇ ਵਿੱਚ ਕਿਤੇ ਪੱਕੇ ਵਿਹਲੇ ਨਾ ਹੋ ਜਾਣ ਇਹ ਵੇਖ ਲੈਣਾ ਤੇ ਮੇਰਾ ਖਿਆਲ ਹੈ ਕਿ ਇਹ ਹਰਕਤ ਹੁਣ ਉੱਥੇ ਨਹੀਂ ਕਰਨ ਲੱਗੇ। ਅੱਛਾ ਜੀ, ਤੀਜੀ ਵੱਡੀ ਖਬਰ ਇਹ ਵੇ ਕਿ ਇਸਰਾਈਲ ਤੇ ਈਰਾਨ ਵਾਲਾ ਮਾਮਲਾ ਬੜਾ ਗਰਮ ਹੈ। ਇਸਰਾਈਲ ਈਰਾਨ ਤੇ ਹਮਲਾ ਕਰਨਾ ਚਾਹੁੰਦਾ ਹੈ ਔਰ ਖਬਰਾਂ ਇਹ ਨੇ ਕਿ ਜਿਹੜਾ ਈਰਾਨ ਇੱਕ ਬਹਾਨਾ ਹੈ ਔਰ ਅਗਲੇ ਪਿਛਲੇ ਨਾਲ 2-4 ਜਿਹੜੇ ਮੁਲਕ ਨੇ ਉਹਨਾਂ ਦੇ ਬਾਰੇ ਵੀ ਕੋਈ ਖਬਰ ਆ ਸਕਦੀ ਹੈ। ਇਹ ਖਬਰ ਕਿਉਂ ਆ ਸਕਦੀ ਹੈ ਇਹਦੀ ਵੀ ਤੁਹਾਨੂੰ ਪਤਾ ਹੈ, ਇਹ ਵੀ ਆਉਣ ਵਾਲੇ ਵਕਤਾਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ। ਅੱਲਾ ਨਾ ਕਰੇ ਕਿ ਕਿਸੇ ਕਿਸਮ ਦੀ ਕੋਈ ਐਸੀ ਚੀਜ਼ ਹੋਵੇ, ਅੱਲਾ ਨਾ ਕਰੇ ਕੋਈ ਇਸ ਕਿਸਮ ਦਾ ਕੋਈ ਹੈਪਨ ਹੋਵੇ, ਅੱਲਾ ਨਾ ਕਰੇ ਕਿਸ ਖਿੱਤੇ 'ਚ ਜੰਗ ਲੱਗੇ ਕਿਉਂਕਿ ਜੰਗਾਂ ਕਦੀ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ ਹੈਗੀਆਂ। ਇਸ ਤੋਂ ਪਹਿਲੇ ਵੀ ਅਮਰੀਕਾ ਤੇ ਆਪਸ ਵਿੱਚ ਬੈਠ ਕੇ ਇਹਨਾਂ ਨੇ ਇੱਕ ਮੁਆਹਿਦਾ ਕੀਤਾ ਹੋਇਆ ਹੈ, ਇਹ ਹੁਣ ਵੀ ਬਹਿਣ, ਹੁਣ ਵੀ ਗੱਲਬਾਤ ਕਰਨ ਤੇ ਮੁਆਹਿਦਾ ਕਰਕੇ ਇਸ ਗੱਲ ਤੋਂ ਸਾਡੀ ਜਾਨ ਛੁੱਟ ਜਾਏ ਤਾਂ ਬਿਹਤਰ ਹੈ। ਆ ਹੁਣੇ ਜੰਗ ਜਿਹੜੀ ਇੰਡੀਆ ਪਾਕਿਸਤਾਨ ਵਾਲੀ ਖਤਮ ਹੋਈ ਇਸ ਖਿੱਤੇ ਦੇ ਵਿੱਚ, ਅੱਗੋਂ ਹੁਣ ਤੁਹਾਡੀ ਈਰਾਨ ਵਾਲੀ ਤੇ ਇਸਰਾਈਲ ਵਾਲੀ ਜੰਗ ਲੱਗੇ, ਉਧਰ ਯੂਕਰੇਨ ਤੇ ਰਸ਼ੀਆ ਲੜਦੇ ਪਏ ਨੇ, ਇਹ ਤੀਜੀ ਥਾਂ ਤੇ ਕੋਈ ਅਮਰੀਕਾ, ਤੇ ਇਹ ਜੰਗਾਂ ਤੇ ਕਿਸੇ ਮਸਲੇ ਦਾ ਹੱਲ ਹੀ ਨਹੀਂ ਹੈਗਾ। ਸਾਡੀ ਤੇ ਇਹੋ ਹੀ ਦੁਆ ਵਾ ਕਿ ਇਹਨਾਂ ਨੂੰ ਸਮਝ ਆ ਜਾਵੇ, ਇੱਕ ਟੇਬਲ ਤੇ ਬਹਿ ਜਾਣ, ਬਹਿ ਕੇ ਆਪਣੇ ਸਲਾਹ ਮਸ਼ਵਰੇ ਕਰ ਲੈਣ, ਸਲਾਹ ਮਸ਼ਵਰੇ ਕਰਕੇ ਆਪਣਾ ਇਹਨੂੰ ਅਮਨ ਸਕੂਨ ਕਰ ਲੈਣ। ਮੇਰੇ ਖਿਆਲ ਨਾਲ ਇਹ ਹੀ ਜ਼ਿਆਦਾ ਅੱਛਾ ਹੱਲ ਹੋਏਗਾ ਕਿਉਂਕਿ ਦੇਖੋ ਇੰਡੀਆ ਨੇ ਇੱਕ ਦਫਾ ਚੱਸ ਲੈ ਲਈ ਹੈ ਨਾ, ਜਿਵੇਂ ਰਸ਼ੀਆ ਦੇ ਨਾਲ ਕੀਤਾ ਯੂਕਰੇਨ ਨੇ, ਉਹ ਵੀ ਤੁਹਾਨੂੰ ਪਤਾ ਵਾ, ਜਿੱਦਾਂ ਪਾਕਿਸਤਾਨ ਨੇ ਕੀਤਾ ਇੰਡੀਆ ਨਾਲ ਤੁਹਾਨੂੰ ਉਹ ਵੀ ਪਤਾ ਵਾ, ਤੇ ਈਰਾਨ ਵੀ ਜਿਹੜਾ ਕਰੇਗਾ ਨਾ ਇਸਰਾਈਲ ਨਾਲ, ਉਹ ਵੀ ਮੇਰਾ ਖਿਆਲ ਹੈ ਈਰਾਨ ਨੂੰ ਜਿਹੜਾ ਇਹ ਕੀਤਾ ਇਹਦਾ ਇਸਰਾਈਲ ਨੂੰ ਪਤਾ ਹੋਣਾ ਚਾਹੀਦਾ ਕਿ ਏਡੀ ਛੇਤੀ ਜਾਨ ਛੁੱਟ ਨਹੀਂ ਲੱਗੀ ਹੈਗੀ। ਜੇ ਤੂੰ ਕੋਈ ਪੰਗਾ ਲਵੇਂਗਾ ਤੇ ਉਹ ਪੰਗਾ ਫਿਰ ਔਖਾ ਹੀ ਪੈਣਾ ਹੈ। ਇਸ ਵਾਸਤੇ ਮੇਰਾ ਖਿਆਲ ਹੈ ਕਿ ਰਾਹ ਦੇ ਵਿੱਚੋਂ ਮੁੜ ਜਾਵੇ ਇਸਰਾਈਲ ਦੇ ਚੰਗਾ, ਵਰਨਾ ਫਿਰ ਉਹ ਰੂਸ ਵਾਲੀ ਤੇ ਇੰਡੀਆ ਵਾਲੀ ਕਰਵਾ ਕੇ ਰਹੇਗਾ, ਦੁਨੀਆ 'ਚ ਕਿਤੇ ਮੂੰਹ ਵਹਾਉਣ ਤੇ ਕਾਬਲ ਨਹੀਂ ਰਹੇਗਾ। ਆ ਇੰਡੀਆ ਹਾਲ ਤੱਕ ਕਿਤੇ ਮੂੰਹ ਵਹਾਉਣ ਦਾ ਕਾਬਲ ਨਹੀਂ ਰਿਹਾ। ਇੰਡੀਆ ਨੂੰ ਵੀ ਇਹੋ ਹੀ ਮਾਣ ਸੀ, ਇੰਡੀਆ ਨੂੰ ਵੀ ਇਹੀ ਭਰੋਸਾ ਸੀ ਕਿ ਸਾਡੇ ਕੋਲ ਵੱਡੇ ਚੰਗੇ ਹਥਿਆਰ ਨੇ, ਦੁਨੀਆ ਦੇ ਮਹਿੰਗੇ ਹਥਿਆਰ ਨੇ, ਸਾਡੀ ਫੌਜ ਬੜੀ ਲੰਮੀ ਚੌੜੀ ਹੈ ਸਾਡੇ ਕੋਲ, ਤੇ ਇਸਰਾਈਲ ਨੂੰ ਵੀ ਇਹ ਵੀ ਹੈ ਕਿ ਸਾਡੇ ਕੋਲ ਬੜਾ ਲੰਮਾ ਚੌੜਾ ਸਮਾਨ ਹੈ, ਬੜੀ ਲੰਮੀ ਟੈਕਨੋਲੋਜੀ ਹੈ, ਸਾਡੇ ਕੋਲ ਬੜੇ ਬੈਸਟ ਪਾਇਲਟ ਨੇ, ਲੇਕਿਨ ਬਚਦਾ ਬਚਾਉਂਦਾ ਕੁਛ ਨਹੀਂ ਜਦੋਂ ਜੰਗਾਂ ਲੱਗ ਜਾਣ। ਜੰਗਾਂ ਮਸਲੇ ਦੇ ਹੱਲ ਨਹੀਂ ਹੁੰਦੀਆਂ। ਖੈਰ, ਆਪਣਾ ਖਿਆਲ ਰੱਖੋ, ਖੁਸ਼ ਰਹੋ, ਆਬਾਦ ਰਹੋ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰੋ, ਤੇ ਜਿਹੜੀ ਤੁਹਾਡੀ ਰਾਏ ਉਹਦਾ ਇਜ਼ਹਾਰ ਜ਼ਰੂਰ ਕਰੋ, ਲਿਖ ਕੇ ਦੱਸੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਜੀ ਗੱਲਾਂ ਹੋਈਆਂ ਨੇ। ਬਹੁਤ ਜ਼ਿਆਦਾ ਖਿਆਲ ਰੱਖੋ। ਥੈਂਕ ਯੂ ਵੈਰੀ ਮਚ। ਅੱਲਾਹ ਪਾਕ ਤੁਹਾਨੂੰ ਆਪਣੀ ਹਿਫਜ਼ੋ ਮਾਂਝ ਰੱਖੇ। ਅੱਲਾਹ ਹਾਫਿਜ਼ ਜੀ। ਥੈਂਕ ਯੂ ਵੈਰੀ ਮਚ।